स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव भास्कर। भास्कर साहब जी आए। बहुत बहुत शुक्रिया रंधावा जी। भास्कर साहब, एक अरसे बाद अज पंजाब के मुख मंत्री कैप्टन अमरिंदर सिंह अंमृतसर की धरती ते सीगे, लेकिन इस बारी हजूर कुछ बदले बदले सी। इस बारी मोतियां वाली दा लहजा ते तरो तरीका थोड़ा अलग सीगा। गेड़ियां इस बारी उन्हां रूटां ते सी जिथे पहलां औड़ रही सियासी रिश्तियां की 4.5 साल की विथ तो बाद कैप्टन अमरिंदर सिंह अपने नवे साथियां गुरजीत सिंह औजला जिहड़े कि मैंबर पार्लीमेंट उन्हां वल सीगे और ओपी सोनी जिन्हां नाल महकमा बदलण वेले थोड़े जे रिश्ते अणसखावे भी सीगे, उन्हां दे घरे भी चाह पीती जाती है। ते राजकुमार वेरका जिहड़े उन्हां दे सज्जरे सारथी ने, उन्हां दे घर भी हासे दीयां खलकारियां गूंजदियां रहीआं। लेकिन दूजे बन्ने ਅੰਮ੍ਰਿਤਸਰ ਦੇ ਵਿੱਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੇਜ ਦੇ ਉੱਤੋਂ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਕਈ ਪ੍ਰੋਜੈਕਟ ਲਾਂਚ ਕਰਨੇ ਸੀਗੇ, ਉੱਥੇ ਮਾਝਾ ਬ੍ਰਿਗੇਡ ਦੇ ਦੋ ਅਹਿਮ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖ ਸਰਕਾਰੀਆ ਮੌਜੂਦ ਵੀ ਰਹੇ, ਕਾਨਾਫੂਸੀ ਵੀ ਹੁੰਦੀ ਰਹੀ। ਭਾਵੇਂ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਹਾਇਰ ਐਜੂਕੇਸ਼ਨ ਮੰਤਰਾਲਾ ਯੂਨੀਵਰਸਿਟੀਜ਼ ਦਾ ਮੰਤਰਾਲਾ ਹੈ, ਉਹਨਾਂ ਦਾ ਹੋਣਾ ਪ੍ਰੋਟੋਕਾਲ ਅਨੁਸਾਰ ਹੀ ਸੀ, ਲੇਕਿਨ ਸੁਖ ਸਰਕਾਰੀਆ ਦਾ ਅੰਮ੍ਰਿਤਸਰ ਦੇ ਹੋਣ ਨਾਲ ਉਹਦੇ ਵਿੱਚ ਰਹਿਣ ਨਾਲ ਮਾਝਾ ਬ੍ਰਿਗੇਡ ਵੱਲੋਂ ਜਿਹੜੀ ਕਸ਼ੀਦਗੀ ਸੀ, ਤਲਖੀ ਸੀ, ਉਹ ਘਟਣ ਦੇ ਆਸਾਰ ਆ। ਇੱਕ ਮੰਤਰੀ ਦੇ ਉੱਠ ਕੇ ਜਾਣ ਤੋਂ ਬਾਅਦ ਦੂਜੇ ਦਾ ਨੇੜੇ ਆ ਕੇ ਬਹਿਣਾ, ਢੁੱਕ ਕੇ ਬਹਿਣਾ, ਕੰਨ 'ਚ ਗੱਲ ਕਰਨੀ ਸੁਖਾਵੇਂ ਹੁੰਦੇ ਰਿਸ਼ਤਿਆਂ ਦਾ ਸੂਚਕ ਵੀ ਆ ਕਿ ਆਪਸੀ ਸਹਿਮਤੀ ਬਣ ਚੁੱਕੀ ਆ। ਇਹ ਵੱਡਾ ਸਵਾਲ ਆ। 16 ਤਰੀਕ ਨੂੰ ਕੈਬਨਿਟ ਜੁੜਨ ਵਾਲੀ ਆ। ਕੈਬਨਿਟ ਦੇ ਵਿੱਚ ਰੌਲਿਆਂ ਦੇ ਆਸਾਰ ਸੀਗੇ। ਜਦੋਂ ਹੁਣ ਲੜੇ ਹੋਏ ਨਾਰਾਜ਼ ਮੰਤਰੀ ਨੇੜੇ ਬਹਿਣਗੇ ਤਾਂ ਗੱਲ ਤਾਂ ਕੋਈ ਸੁਖਾਵੇਂ ਮਾਹੌਲ 'ਚ ਹੋਊਗੀ, ਲੇਕਿਨ ਜਿਹੜੇ ਮਸਲੇ ਨੇ ਨਸ਼ੇ ਦੇ ਜਿਨ੍ਹਾਂ ਦੇ ਉੱਤੇ ਸਿੱਧੂ ਅਸੈਂਬਲੀ ਮੰਗਦੇ ਨੇ, ਮਤਾ ਲਿਆਉਣ ਦੀ ਗੱਲ ਕਰਦੇ ਆ, 27 ਨੂੰ ਲਿਫਾਫੇ ਖੁੱਲਣ ਦੀਆਂ ਗੱਲਾਂ ਨੇ, ਉਹਨਾਂ ਦੇ ਉੱਤੇ 27 ਤਰੀਕ ਨੂੰ ਕੀ ਹੋਣ ਵਾਲਾ, ਕੈਬਨਿਟ ਦੇ ਵਿੱਚ ਜ਼ਿਕਰ ਹੋਣ ਵਾਲਾ ਕਿ ਨਹੀਂ। ਜੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਵਿਧਾਨ ਸਭਾ ਦੇ ਸੈਸ਼ਨ ਦੀ ਤਾਰੀਖ ਨਿਸ਼ਚਿਤ ਹੁੰਦੀ ਆ ਤਾਂ ਰੌਲਿਆਂ ਦਾ, PPA ਸਮਝੌਤਿਆਂ ਦਾ ਕੀ ਬਣੂਗਾ। ਵਾਪਸ ਆਉਣਾ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਦੀ ਆਮਦ, ਮਾਝਾ ਬ੍ਰਿਗੇਡ ਦਾ ਢੋਕੇ ਨਾਲ ਬਹਿਣਾ, ਪਰਦਾ ਖਿੱਚਣ ਵੇਲੇ ਵੀ ਗਾਂਹ ਹੋ ਕੇ ਫੋਟੋ ਖਿਚਾਉਣਾ, ਇਹਦਾ ਮਤਲਬ ਰਿਸ਼ਤਿਆਂ ਤੇ ਜੰਮੀ ਬਰਫ਼ ਪਿਘਲ ਰਹੀ ਹੈ, ਜਮੂਦ ਟੁੱਟ ਗਿਆ, ਗੱਲ ਅੱਗੇ ਵੱਧ ਜੂ। ਕੈਪਟਨ ਸਾਹਿਬ ਲਈ ਮਾਹੌਲ ਸੁਖਾਵਾਂ ਹੋ ਰਿਹਾ, ਕੀ ਕਹਿੰਦੇ ਹੋ ਰੰਧਾਵਾ ਜੀ? ਜਦੋਂ ਸਿੱਧੂ ਉਹਨਾਂ ਨੇ ਪ੍ਰਧਾਨ ਬਣਨਾ ਸੀਗਾ, ਤੁਹਾਨੂੰ ਯਾਦ ਹੋਏਗਾ ਉਸ ਤੋਂ 2-3 ਦਿਨ ਪਹਿਲੇ ਸਿੱਧੂ ਉਹਨਾਂ ਨੇ ਜਾਗੋ ਜੀ ਕੱਢਣੀ ਸ਼ੁਰੂ ਕੀਤੀ ਸੀਗੀ। ਉਹ ਪਹਿਲੇ ਜਾਖੜ ਸਾਹਿਬ ਦੇ ਘਰ ਗਏ, ਫਿਰ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਘਰ ਗਏ, ਸੁਖਜਿੰਦਰ ਰੰਧਾਵਾ ਵੀ ਉਹਨਾਂ ਦੇ ਨਾਲ ਜਾਗੋ ਕੱਢਦੇ ਸੀਗੇ। ਯਾਨੀ ਉਸ ਟਾਈਮ ਇੱਦਾਂ ਦਾ ਲੱਗਦਾ ਸੀਗਾ ਵੀ ਇੱਕ ਟੀਮ ਤਿਆਰ ਹੋਈ ਹੈ ਔਰ ਉਹ ਟੀਮ ਕਾਂਗਰਸ ਦੇ ਵਿੱਚ A ਟੀਮ B ਟੀਮ ਜਿੱਦਾਂ ਕਹਿੰਦੇ ਨੇ ਵੀ ਕਾਂਗਰਸ ਦੀ 2 ਟੀਮਾਂ ਹੈਗੀਆਂ, ਉਹ ਟੀਮ ਫਾਰਮੇਸ਼ਨ ਦੇ ਵਿੱਚ ਆ ਜਿਹੜੀ ਮਾਝਾ ਬ੍ਰਿਗੇਡ ਹੈ ਇਹ ਸਭ ਤੋਂ ਅੱਗੇ ਨਜ਼ਰ ਆਉਂਦੀ ਸੀ। ਔਰ ਹਜੇ ਵੀ ਜਦ ਵੀ ਗੱਲ ਮੁੱਦਿਆਂ ਦੀ ਰਾਜਨੀਤੀ ਦੀ ਹੁੰਦੀ ਹੈ, ਭਾਵੇਂ ਉਹ ਸੁਖਜਿੰਦਰ ਰੰਧਾਵਾ ਹੋਣ, ਭਾਵੇਂ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣ ਜਾਂ ਫਿਰ ਸੁਖ ਸਰਕਾਰੀਆ, ਇਹਨਾਂ ਤਿੰਨਾਂ ਨੇ ਸਿੱਧੂ ਦੇ ਨਾਲ ਖੜੇ ਹੋਣ ਦਾ ਫੈਸਲਾ ਵੀ ਕੀਤਾ ਸੀਗਾ ਔਰ ਅੱਜ ਤੱਕ ਖੜੇ ਵੀ ਨੇ। ਅੱਜ ਜੋ ਕੁਝ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਇੱਕ ਪ੍ਰੋਟੋਕੋਲ ਵੀ ਹੈਗਾ। ਉਹਨਾਂ ਨੇ ਮੁੱਖ ਮੰਤਰੀ ਨੂੰ ਕਦੀ ਵੀ ਨੈਗੇਟਿਵ ਤਰੀਕੇ ਨਾਲ ਨਹੀਂ ਦੇਖਿਆ। ਇਹ ਤਿੰਨਾਂ ਮਾਝਾ ਬ੍ਰਿਗੇਡ ਨੇ ਹਮੇਸ਼ਾ ਗੱਲ ਕੀਤੀ ਹੈ ਮੁੱਦਿਆਂ ਦੀ ਔਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਪੂਰੀ ਇੱਜ਼ਤ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਕਈ ਵਾਰ ਉਹਨਾਂ ਮੁੱਦਿਆਂ ਦੇ ਉੱਤੇ ਕਈ ਵਾਰ ਲਕੀਰ ਕ੍ਰਾਸ ਵੀ ਕੀਤੀ ਹੈ ਤੇ ਕ੍ਰਾਸ ਕਰਨ ਤੋਂ ਬਾਅਦ ਜਦ ਗੱਲ ਸਿੱਧੀ ਜਾ ਕੇ ਵੱਜਦੀ ਹੈ ਮੁੱਖ ਮੰਤਰੀ ਨੂੰ ਤੇ ਉਹਨੂੰ ਆਪਾਂ ਧੀਰ ਕਹਿ ਦਿੰਦੇ ਹਾਂ। ਪਰ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ, ਉਹ ਜੋ ਕੁਝ ਸਿੱਧੂ ਕਰ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ, ਕੱਲ ਜਿਹੜੀ ਮੀਟਿੰਗ ਸਿੱਧੂ ਉਹਨਾਂ ਨੇ ਪੰਜਾਬ ਭਵਨ ਕਾਂਗਰਸ ਭਵਨ ਦੇ ਵਿੱਚ ਕੀਤੀ ਸੀਗੀ, ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਸੁੰਦਰ ਸ਼ਾਮ ਅਰੋੜਾ ਵੀ ਸੀਗੇ ਔਰ ਧਾਲੀਵਾਲ ਸਾਹਿਬ ਜਿਹੜੇ ਫਗਵਾੜੇ ਦੇ MLA ਹੈਗੇ ਆ ਉਹ ਵੀ ਸੀਗੇ ਔਰ ਭਾਰਤ ਭੂਸ਼ਣ ਆਸ਼ੂ ਵੀ ਸੀਗੇ। ਯਾਨੀ ਉਹ ਕਈ ਚਿਹਰੇ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਅਸੀਂ ਕੈਪਟਨ ਕੈਂਪ ਦਾ ਮੰਨਦੇ ਹਾਂ। ਯਾਨੀ ਕੈਂਪ ਦੇ ਪਲੇਅਰ ਇੱਧਰ ਉੱਧਰ ਹੁਣ ਹੋਣੇ ਸ਼ੁਰੂ ਹੋ ਗਏ ਨੇ। ਉਹ ਇਹ ਨਹੀਂ ਮੰਨ ਸਕਦੇ ਕਿ ਵੀ ਉਹ ਹੁਣ ਫਲਾਨੀ ਟੀਮ ਛੱਡ ਕੇ ਦੂਜੀ ਟੀਮ ਵਿੱਚ ਚਲਾ ਗਿਆ, ਕਿਉਂਕਿ ਹੁਣ ਸਿੱਧੂ ਉਹਨਾਂ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਨੇ, ਕੈਪਟਨ ਸਾਹਿਬ ਮੁੱਖ ਮੰਤਰੀ ਹੈਗੇ ਨੇ। ਮੁੱਖ ਮੰਤਰੀ ਨੂੰ ਕੋਈ ਵੀ ਕਾਂਗਰਸੀ MLA ਮਿਲਣਾ ਚਾਹੇ ਤੇ ਮਿਲ ਸਕਦਾ ਹੈ, ਕੋਈ ਵੀ ਮੰਤਰੀ ਮੁੱਖ ਮੰਤਰੀ ਨੂੰ ਮਿਲੇ ਤੇ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਕੈਂਪ ਚੇਂਜ ਹੋ ਗਏ। ਪਰ ਹਾਂ, ਮਾੜੇ ਜਿਹੇ ਸੁਖਾਵੇਂ ਹਾਲਾਤ ਜ਼ਰੂਰ ਕੈਪਟਨ ਸਾਹਿਬ ਵਾਸਤੇ ਲੱਗਦੇ ਨੇ। ਕੈਪਟਨ ਸਾਹਿਬ ਨੇ ਵੀ ਜੋ ਕੁਝ ਅੱਜ ਅੰਮ੍ਰਿਤਸਰ ਦੇ ਵਿੱਚ ਕੀਤਾ, ਉਹ ਸੋਨੀ ਉਹਨਾਂ ਦੇ ਘਰ ਚਾਹ ਪੀਣ ਗਏ, ਉਹ ਵੇਰਕਾ ਉਹਨਾਂ ਦੇ ਘਰ ਚਾਹ ਪੀਣ ਗਏ, ਲੇਕਿਨ ਔਜਲਾ ਉਹਨਾਂ ਦੇ ਘਰ ਵੀ ਉਹ ਗਏ। ਲੇਕਿਨ ਦੂਜੇ ਪਾਸੇ ਜਿਹੜੀ ਹੈ ਮਾਝਾ ਬ੍ਰਿਗੇਡ ਦੀ ਗੱਲ ਕਰਦੇ ਹੋ ਤੁਸੀਂ, ਸੁਖ ਸਰਕਾਰੀਆ ਉਹਨਾਂ ਦਾ ਵੀ ਘਰ ਲੱਗ ਹੀ ਸੀਗਾ ਔਰ ਉਸ ਤੋਂ ਇਲਾਵਾ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਵੀ ਨਾਲ ਹੀ ਸੀਗੇ।
ਪਰ ਉਹਨਾਂ ਨੇ ਨਾਲ ਚਾਹ ਦੀ ਪਾਰਟੀ ਦੇ ਵਿੱਚ ਕੋਈ ਜ਼ਿਕਰ ਨਹੀਂ ਹੋਇਆ, ਨਾ ਉਹਨਾਂ ਨੂੰ ਲੈ ਕੇ ਗਏ ਨਾ ਉਹਨਾਂ ਦੇ ਘਰ ਗਏ। ਇਹ ਆਪਣੇ ਆਪ ਵਿੱਚ ਜਿਹੜੇ ਵੰਡੇ ਹੋਏ ਕੈਂਪ ਹੈ ਉਹ ਤੇ ਨਜ਼ਰ ਆ ਰਹੇ ਹੈ, ਪਰ ਜਦ ਮੰਚ ਸਾਂਝਾ ਕਰਨ ਦੀ ਗੱਲ ਹੁੰਦੀ ਹੈ ਤੇ ਇੱਕ ਦੂਜੇ ਨਾਲ ਜੱਫੀਆਂ ਵੀ ਪਾਉਂਦੇ ਨੇ, ਕਿਉਂਕਿ ਦੋਨੋਂ ਟੀਮਾਂ ਹਜੇ ਕਾਂਗਰਸ ਦੀਆਂ ਹੈਗੀਆਂ, ਹਜੇ ਟੀਮਾਂ ਵੰਡੀਆਂ ਨਹੀਂ ਗਈਆਂ ਕਿ ਇਹ ਦੂਜੀ ਪਾਰਟੀ ਦੀ ਬਣੀ ਹੋਏਗੀ। ਇਹ ਗੇਮ ਥੋੜਾ ਦਿਨ ਹੋਰ ਐਦਾਂ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ, ਕੋਈ ਇੱਥੇ ਵੀ ਮਿਲੇਗਾ ਕੋਈ ਉੱਥੇ ਵੀ ਮਿਲੇਗਾ। ਹੁਣ ਵੇਰਕਾ ਜਿਹੜੇ ਰਾਜਕੁਮਾਰ ਵੇਰਕਾ ਉਹਨਾਂ ਨੇ ਉਹ ਸਿੱਧੂ ਦੀ ਜੀਪ ਤੇ ਵੀ ਚੜੇ ਮਿਲਦੇ ਨੇ, ਉਹ ਕੈਪਟਨ ਸਾਹਿਬ ਦੀ ਜਿਪਸੀ ਦੇ ਵਿੱਚ ਵੀ ਉੱਤੇ ਹੁੰਦੇ ਨੇ। ਉਹ ਅੱਜ ਦਿਲਚਸਪ ਗੱਲ ਤੁਸੀਂ ਵਹੀਕਲਾਂ ਦੀ ਛੇੜ ਲਈ। ਅੱਜ ਉਹ ਮਹਾਰਾਜਾ ਸਾਹਿਬ ਦੇ ਚੌਪਰ ਤੇ ਸ਼ਾਇਦ ਆਏ ਨੇ ਉੱਥੋਂ ਚੰਡੀਗੜ੍ਹੋਂ। ਸੋ ਗੱਲ ਤਾਂ ਇਹ ਆ ਕਿ ਔਖੇ ਵੇਲੇ ਕੌਣ ਖਲੋਂਦਾ ਹੈ, ਇਹ ਬੜਾ ਇਹ ਸਾਡਾ ਮਨੁੱਖੀ ਸੁਭਾਅ ਹੈ ਤੇ ਇਹ ਵਰਤਾਰੇ ਤਾਂ ਆਪਾਂ ਰੋਜ਼ ਜੀਂਦੇ ਆਂਦੇ ਆ, ਜਿਹੜਾ ਔਖੇ ਵੇਲੇ ਸਾਥ ਦੇਵੇ ਉਹੀ ਸਾਥੀ ਹੁੰਦਾ। ਤੇ ਜੇ ਚੌਪਰ ਦੇ ਵਿੱਚ ਟਰੈਵਲ ਕਰਨ ਦਾ ਕਦੇ ਇਹ ਮਾਣ ਸੁਖਜਿੰਦਰ ਸਿੰਘ ਰੰਧਾਵਾ ਨੂੰ, ਸੁਖ ਸਰਕਾਰੀਆ ਨੂੰ ਤ੍ਰਿਪਤ ਹੋਣੀ ਤਾਂ ਅਕਸਰ ਹੀ ਮੁੱਖ ਮੰਤਰੀ ਦਾ ਚੌਪਰ ਵਰਤਦੇ ਹੀ ਰਹੇ ਆ, ਨਿੱਜੀ ਤਾਂ ਇਕੱਲੇ ਵੀ ਵਰਤਦੇ ਰਹੇ। ਸੋ ਹਾਲਾਤ ਬਦਲ ਜਾਂਦੇ ਆ। ਮਾਝੇ ਦੇ ਵਿੱਚ ਜਿਹੜੇ ਕਾਦੀਆਂ ਹਲਕੇ ਦੇ ਸਮੀਕਰਨ ਸੀਗੇ, ਕਾਦੀਆਂ ਸ਼ਹਿਰ ਇੱਕ ਛੋਟਾ ਜਿਹਾ ਸ਼ਹਿਰ ਆ, ਲੇਕਿਨ ਬਾਜਵਿਆਂ ਦੀ ਆਪਸ ਵਿੱਚ ਕਸ਼ੀਦਗੀ ਕੁੜੱਤਣ ਕਿਸੇ ਤੋਂ ਭੁੱਲੀ ਨਹੀਂ। ਬੜਾ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਟਰਮ ਦੇ ਵਿੱਚ ਪਹਿਲਾਂ ਬਾਜਵਾ ਬੜੇ ਨੇੜੇ ਹੁੰਦੇ ਸੀ ਪ੍ਰਤਾਪ ਸਿੰਘ, ਫਿਰ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਸਿਆਸੀ ਬਨਵਾਸ ਚੱਲਣ ਲੱਗੇ। ਹੁਣ ਫਿਰ ਬਾਜਵਿਆਂ ਵੱਲੋਂ ਇੱਕ ਬਾਜਵਾ ਕੈਪਟਨ ਅਮਰਿੰਦਰ ਸਿੰਘ ਨਾਲ ਪਰਿਵਾਰ ਰਿਹਾ ਹੀ ਰਿਹਾ, ਲੇਕਿਨ ਅੱਜ ਫਿਰ ਤ੍ਰਿਪਤ ਬਾਜਵਾ ਦਾ ਕੈਪਟਨ ਸਾਹਿਬ ਦੇ ਨੇੜੇ ਗੱਲਬਾਤ ਕਰਦੇ ਨਜ਼ਰ ਆਉਣਾ, ਇਹਦਾ ਮਤਲਬ ਹੈ ਕਿ ਕਾਫੀ ਰਿਸ਼ਤਿਆਂ 'ਚ ਜੰਮੀ ਧੂੜ ਗਰਦ ਸਾਫ਼ ਕਰ ਲਈ ਗਈ ਆ, ਸਖਾਵੇਂ ਮਾਹੌਲ ਬਣਨ ਵੱਲ ਗੱਲ ਵੱਧ ਰਹੀ ਹੈ। ਤੁਸੀਂ ਇੱਕ ਗੱਲ ਕੀਤੀ ਸੀ ਕਿ ਕੈਂਪਾਂ ਦੀ ਗੱਲ ਨਹੀਂ, ਇਹ ਕਿਹੜੀਆਂ ਵਿਰੋਧੀ ਪਾਰਟੀਆਂ, ਲੋਕ ਤਾਂ ਇਹ ਪੁੱਛਦੇ ਆ ਕਿਤੇ ਅੰਦਰ ਹੀ ਦੋ ਵਿਰੋਧੀ ਪਾਰਟੀਆਂ ਬਣਾ ਕੇ ਤੁਸੀਂ ਬਾਕੀ ਵਿਰੋਧੀ ਪਾਰਟੀਆਂ ਨੂੰ ਸੈਬੋਟੇਜ ਕਰਤਾ ਜਾਂ ਬਾਕੀ ਵਿਰੋਧੀਆਂ ਪਾਰਟੀਆਂ ਨੂੰ ਗੈਰ ਪ੍ਰਸੰਗਿਕ ਕਰਨ ਲਈ ਗੇਮ ਤਾਂ ਨਹੀਂ ਚਲਾਈ। ਪੁੱਛਦੇ ਹੀ ਰਹੇ ਆ, ਅੰਦਰ ਹੀ ਗੇਮ ਖੇਡੀ ਜਾਂਦੇ ਹੋ, ਬਾਹਰਲਿਆਂ ਨੂੰ ਪਾਸੇ ਕਰਤਾ। ਬਿਲਕੁਲ ਰੰਧਾਵਾ ਜੀ, ਕੱਲ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੇ ਇਹੀ ਇਲਜ਼ਾਮ ਲਾਇਆ ਕਿ ਸਿੱਧੂ ਉਹਨਾਂ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੇ ਨੇ, ਔਰ ਜਦ ਕਿ ਮੁੱਖ ਵਿਰੋਧੀ ਧਿਰ ਸਾਡੀ ਪਾਰਟੀ ਹੈ, ਸਾਡੇ ਵਾਸਤੇ ਵੀ ਕੋਈ ਕੰਮ ਛੱਡੋ। ਉਹ ਆਪ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਕੀਤੇ ਹੋਏ ਕੰਮਾਂ ਦਾ ਜ਼ਿਕਰ ਕਰਦੇ ਹੋਏ, ਮੈਨੀਫੈਸਟੋ ਦੇ ਵਿੱਚ ਵਾਅਦਿਆਂ ਨੂੰ ਪੂਰਾ ਨਾ ਕਰਨ ਦੀ ਗੱਲ ਕਰਦੇ ਹੋਏ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਵਿੱਚ ਰੌਲਾ ਪਾਇਆ। ਰਾਘਵ ਚੱਡਾ ਉਹਨਾਂ ਨੇ 129 ਪੇਜਾਂ ਦਾ ਜਿਹੜਾ ਮੈਨੀਫੈਸਟੋ ਸੀਗਾ ਉਹ ਦਿਖਾਉਂਦੇ ਹੋਏ ਇਸ ਗੱਲ ਦਾ ਵੀ ਐਲੀਗੇਸ਼ਨ ਲਾਇਆ ਕਿ ਕਾਂਗਰਸ ਨੇ ਆਪਣੀ ऑफिशियल ਵੈਬਸਾਈਟ ਤੋਂ ਇਸ ਮੈਨੀਫੈਸਟੋ ਨੂੰ ਗਾਇਬ ਕਰਤਾ, ਕਿਉਂਕਿ ਕੋਈ ਪੁੱਛਣ ਵਾਲਾ ਨਾ ਹੋਏ। ਪਰ ਪੁੱਛਣ ਵਾਲਾ ਤੇ ਹੁਣ ਕਾਂਗਰਸ ਦੇ ਅੰਦਰ ਹੀ ਹੈਗਾ, ਕਾਂਗਰਸ ਦਾ ਪ੍ਰਧਾਨ ਹੈਗਾ। ਜੇ ਪ੍ਰਧਾਨ ਕੈਪਟਨ ਸਾਹਿਬ ਨੂੰ ਉਸ ਵੈਬਸਾਈਟ ਤੋਂ ਮੈਨੀਫੈਸਟੋ ਹਟਾਉਣ ਤੇ ਬਾਅਦ ਵੀ ਉਹਨਾਂ ਵਾਅਦਿਆਂ ਦਾ ਜ਼ਿਕਰ ਕਰ ਰਿਹਾ ਜਿੱਦਾਂ ਕਹਿੰਦੇ ਨਾ ਸਵਾਲ ਪੂਰੇ ਕਰਕੇ ਕੈਪਟਨ ਸਾਹਿਬ ਤੇ ਆਪਣਾ ਪੇਪਰ ਦੇ ਚੁੱਕੇ ਨੇ, ਪਰ ਪੇਪਰ ਦੇਣ ਤੋਂ ਬਾਅਦ ਉਹੀ ਸਵਾਲਾਂ ਦਾ ਜਵਾਬ ਤੁਹਾਨੂੰ ਫਿਰ ਦੁਬਾਰਾ ਪੁੱਛਿਆ ਜਾਏ ਤੇ ਤੁਸੀਂ ਭੁੱਲ ਜਾਓ। ਉਹ ਹਾਲਾਤ ਕੈਪਟਨ ਸਾਹਿਬ ਦੇ ਬਣੇ ਹੋਏ ਨੇ, ਕਿਉਂਕਿ ਮੁੱਦੇ ਹਜੇ ਤੱਕ ਖੜੇ ਨੇ। ਉਹਨਾਂ ਮੁੱਦਿਆਂ ਤੇ ਅੱਜ ਵੀ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਹੋਏ ਨਜ਼ਰ ਆਉਂਦੇ ਨੇ, ਧਮਕੀਆਂ ਦਿੰਦੇ ਹੋਏ ਨਜ਼ਰ ਆਉਂਦੇ ਨੇ, ਔਰ ਇੱਥੇ ਤੱਕ ਕਿ ਜਿਹੜੀ ਉਹਨਾਂ ਦੀ ਟੋਨ ਹੈ ਉਹ ਇਸ ਤਰ੍ਹਾਂ ਦੀ ਹੈਗੀ ਹੈ ਕਿ ਮੁੱਖ ਮੰਤਰੀ ਉਹਨਾਂ ਕਰਨਾ ਨਹੀਂ ਚਾਹੁੰਦੇ ਪਰ ਅਸੀਂ ਕਰਾ ਕੇ ਰਵਾਂਗੇ। ਇਹ ਜਿਹੜੀ ਟੋਨ ਸੈੱਟ ਹੋ ਗਈ, ਇਹਦੇ ਕਰਕੇ ਬਹੁਤ ਜ਼ਿਆਦਾ ਕਾਂਗਰਸ ਦੇ ਵਿੱਚ ਖਿਲਾਰਾ ਪੈਣ ਦੀ ਉਮੀਦ ਵੀ ਹੈਗੀ ਹੈ। ਔਰ ਆਉਣ ਵਾਲੇ 1-2 ਮਹੀਨੇ ਖਾਸ ਕਰਕੇ ਅਸੈਂਬਲੀ ਸੈਸ਼ਨ ਦੇ ਵਿੱਚ ਕੁਝ ਐਦਾਂ ਦੇ ਸੀਨ ਦੇਖਣ ਨੂੰ ਮਿਲ ਸਕਦੇ ਨੇ ਕਿ ਆਪੋਜੀਸ਼ਨ ਪਾਰਟੀ ਤੇ ਬੈਠੀ ਹੋਈ ਆ, ਉੱਦਾਂ ਹੀ ਕਾਂਗਰਸੀ ਆਪਸ ਵਿੱਚ ਹੀ ਲੜੀ ਜਾਂਦੇ ਨੇ, ਇੱਕ ਦੂਜੇ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰਦੇ ਨੇ, ਇੱਕ ਦੂਜੇ ਦੇ ਖਿਲਾਫ ਕਮੈਂਟ ਪਾਸ ਕਰਨਗੇ। ਇਹ ਮੈਨੂੰ ਲੱਗਦਾ ਹੈ ਕਿ ਇੱਕ ਅਜੀਬ ਜਿਹੀ ਸਥਿਤੀ ਕਾਂਗਰਸ ਵਾਸਤੇ ਪੈਦਾ ਹੋ ਸਕਦੀ ਹੈ। ਭਾਸਕਰ ਸਾਹਿਬ, ਜਿਹੜੀ ਇੱਕ ਰਿਊਮਰ ਸੀ, ਇੱਕ ਅਫਵਾਹ ਸੀ, ਆਲੇ ਦੁਆਲੇ 'ਚ ਖਬਰ ਤੈਰਦੀ ਰਹੀ ਕਿ 16 ਤਰੀਕ ਵਾਲੀ ਕੈਬਨਿਟ ਦੀ ਮੀਟਿੰਗ 'ਚ ਜਿਹੜੇ ਬਾਗੀ ਮੰਤਰੀ ਨੇ ਜਿਹੜੇ ਕੈਪਟਨ ਕੈਂਪ ਤੋਂ ਬਾਹਰ ਚਲੇ ਗਏ ਉਹ ਆਉਣਗੇ ਕਿ ਨਹੀਂ, ਹੰਗਾਮਿਆਂ ਭਰਪੂਰ ਹੋ ਸਕਦੀ ਆ ਉਹ ਮੀਟਿੰਗ ਜਾਂ ਨਹੀਂ। ਤਾਂ ਮੈਂ ਆਪਣੇ ਸੋਰਸਸ ਤੋਂ ਜਾਂ ਕੁਝ ਇੱਕ ਮਿਨਿਸਟਰਸ ਨਾਲ ਵੀ ਗੈਰ ਰਸਮੀ ਗੱਲਬਾਤ ਦੇ ਵਿੱਚ ਜਾਣਨ ਦਾ ਯਤਨ ਕੀਤਾ, ਜਿਨ੍ਹਾਂ ਨੂੰ ਵਿਰੋਧੀ ਕੈਂਪ ਦੇ ਵੀ ਕਿਹਾ ਜਾਂਦਾ, ਹਾਲਾਂਕਿ ਕੋਈ ਆਪਣੇ ਆਪ ਨੂੰ ਵਿਰੋਧੀ ਕੈਂਪ ਦਾ ਨਹੀਂ ਮੰਨਦਾ। ਉਹ ਕਹਿੰਦੇ ਹੁੰਦੇ ਅਸੀਂ ਸਾਰੇ ਠੀਕ ਆ, ਔਰ ਠੀਕ ਵੀ ਆ, ਮੁੱਦੇ ਉਠਾਉਣੇ ਵੀ ਚਾਹੀਦੇ ਆ, ਔਰ ਇੰਨੀ ਕੁ ਆਜ਼ਾਦੀ ਡੈਮੋਕ੍ਰੇਸੀ 'ਚ ਰਹਿਣੀ ਚਾਹੀਦੀ ਆ, ਅੰਦਰ ਵੀ ਸੈਟਅਪ ਦੇ ਵਿੱਚ ਬੋਲਣ ਦੀ ਆਜ਼ਾਦੀ ਤਾਂ ਰਹਿਣੀ ਚਾਹੀਦੀ। ਖੈਰ, ਉਹਨਾਂ ਨੇ ਇਹ ਗੱਲ ਤਾਂ ਸਾਫ਼ ਕਰਤੀ ਕਿ ਮੀਟਿੰਗ 'ਚ ਜਾਵਾਂਗੇ, ਅਸੀਂ ਮੀਟਿੰਗ ਦਾ ਕੋਈ ਬਾਈਕਾਟ ਨਹੀਂ ਕਰ ਰਹੇ, ਅਸੀਂ ਜਾਣਾ ਹੈ, ਮੁੱਦੇ ਵੀ ਲਵਾਂਗੇ, ਸਾਡੇ ਮਹਿਕਮਿਆਂ ਦੇ ਆਪਣੇ ਮਸਲੇ ਵੀ ਆ। ਲੇਕਿਨ ਨਾਲ ਦੀ ਨਾਲ ਏਜੰਡੇ ਦੇ ਵਿੱਚ ਕੁਝ ਬਹੁਤ ਖਾਸ ਨਜ਼ਰ ਨਹੀਂ ਆ ਰਿਹਾ। ਏਜੰਡੇ ਦੇ ਵਿੱਚ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵੀ ਕਿਧਰੇ ਕੋਈ ਚਰਚਾ ਦੀ ਗੁੰਜਾਇਸ਼ ਜਾਂ ਸੰਭਾਵਨਾ ਨਹੀਂ ਰੱਖੀ ਗਈ। ਮੌਕੇ ਦੇ ਉੱਤੇ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਗੱਲ ਕੋਈ ਆ ਸਕਦੀ ਆ, ਕੋਈ ਮਤਾ ਲਿਆਂਦਾ ਜਾ ਸਕਦਾ, ਕੋਈ
एक कोई व्यक्ति गल कर सकदा जां मुख मंत्री खुद लिया सकदे आ। मुख मंत्री दिलचस्पी रखते होणगे विधान सभा सैशन बुलाउण दी कि नहीं, ये भी वड्डा सवाल आ। हंगामिया भरपूर होवे ऐसा लग नहीं रहा। जिहड़ी बॉडी लैंगुएज अज लगी है खास तौर पर दो वजीरां दी, हुण बाकी रह गए दो वजीर सुखजिंदर सिंह रंधावा और चन्नी साहब। दोनों के मैनूं लगदा नहीं कि वो अपने अपने महकमिਆਂ के मसलिਆਂ तो अगे बहुत ज़्यादा उन्होंने कोई दिलचस्पी होगी, क्योंकि हर कोई वेग वेखदा, हवा का रुख वेखदा, तेल की धार वेखदा। लेकिन जिहड़ा सवाल मैं उठाउणा चाह रहा, एक तां कि विधान सभा सैशन दे विच ड्रग्स के मसले उठाउण नूं लैके जिहड़ी गल सिद्धू बार बार कह रहे सी, हुण तरीक दा 27 निश्चित हो जाना, जज्जां दा उन्हां रिपोर्टां नूं तलब कर लेना चैंबर दे विच, अगली तरीक तो पहलां खोल के वेख के पढ़ के फिर अगे जाण दी गल, क्योंकि बेंच नवां बनिया। 27 तरीक नूं फैसला होऊगा कि डेट किहड़ी दित्ती जानी है, तुरंत की फैसला किया जाना, उस तो पहलां जज उहनूं पढ़ना चाहुंदे आ। सवाल यह है, हुण जिहड़े साडे खेत्र के कुछ प्रोफैशनल ने जिन्हां नूं वीडियो एडिटर कहंदे आ, उन्हां दी भी बहुत खूबसूरत कलाकारी हुंदी। किते किते कुछ वीडियो चलण लग पईआं। एक बने नवजोत सिंह सिद्धू कहंदे आ कि 6 फुट 4 इंच का डराउणा टंगना, आपां नां नहीं किसी दा लैंदे क्योंकि वो तो ना लैके कहंदे आ कि 6 फुट 4 इंच का डराउणा टंगना। दूजे बने ये कहंदे आ कि जदों 6 फुट 4 इंच का धौण ते गोडा पिया पता फिर लगू। हुण लड़ाई परे पंचायतां च भी आ, मंचां ते भी आ, सत्थां च भी आ, लेकिन लड़ाई असल दे विच जिहड़ी अदालत विच आ। विक्रम सिंह मजीठिया साफ कह चुके, जदों प्रैस उन्हां नूं पुछदी आ, वो कहंदे अदालत है, ये कोई जज है, ये कोई सुप्रीम कोर्ट का चीफ जस्टिस लग गया सिद्धू। इसे तरह सिद्धू अपने तरीके नाल गल कर रहे, जदों सारी टेक अदालत ते आ गई तो उस तो उरे गवर्नमेंट के हथ च भी कुछ है कि हाई कोर्टां ने कोई रोक लाई हुई है किते भी, किस पद्धर ते की मसले चल रहे हैं। तुहाडी एडवोकेट नवकिरण सिंह सरदार साहब नाल भी शायद कल लंबी गलबात हुई सी। हुण मैनूं ये दस्सिओ कि स्टेटस रिपोर्ट जिहड़ी इस वेले की स्थिति आ, 27 तरीक तो पहलां की वापरन वाला ते 27 तरीक नूं की कुछ हो सकदा नशे के मामले च, बहुत चर्चित नशे के मामले च कोर्ट दे विच अगली चीज़ किधर जाण वाली है, ते सरकार दा की रुख रहण वाला जदों सिद्धू लगातार फिर अज ट्वीट करके कुछ गल्लां कह रहे। सब तो पहले तो 27 तरीक क्यों इंपॉर्टेंट हैगी है, क्योंकि इस तो पहले इस पटीशन के उत्ते जिहड़ी नैक्सट हीयरिंग रखी गई थी वो 15 नवंबर रखी गई थी। एडवोकेट नवकिरण सिंह उन्होंने दोबारा एक अपील की थी कि यदि डेट जल्दी रखो, क्योंकि यह मसला बड़ा सूबे वास्ते बड़ा इंपॉर्टेंट है, ड्रग तो रिलेटेड है। कई साडे नौजवान यदि भेट चढ़ चुके हैं। तो हुण 27 तरीक की डेट, 27 तरीक तो पहले जजां दा रजिस्ट्री नूं ऑर्डर देना कि यह जिहड़े जिन्ने भी लिफाफे हैगे ने, बंद लिफाफे, रिपोर्ट हैगी STF दी, ED दी, और सरकार ने उस रिपोर्ट के उत्ते एक्शन टेकन रिपोर्ट या फिर कमेंट कहिए वो जिहड़े बंद लिफाफे दे विच दिते ने वो साडे सामने पेश किए जान। और 27 तरीक तो पहले यानी 27 तरीक नूं जद वो कोर्ट विच आउणगे ते उन्होंने वो सारी रिपोर्टां पढ़ी होणगीਆਂ। पहले भी जिहड़े जज होंदे सीगे उन्होंने भी वो रिपोर्टां पढ़ी सी, पर उस तो बाद सील करा के वापस रखती सी। ਉਹਦਾ कारण की है हजे तक नहीं पता। पर नाल दे नाल जज यह भी कहते हैं कि इस अदालत ने, हाई कोर्ट ने किसी नूं भी इस मुद्दे ते हजे तक स्टे नहीं दिता। यानी सरकार चाहती तो जिहड़े 2.5-3 साल तो यह बंद लिफाफियां दे विच रिपोर्ट पई है, जो सरकार नूं यह बंद लिफाफे सौंप दिते गए सीगे, उन्हां दे उत्ते सरकार चाहती तो एक्शन लै सकती सीगी। जिहड़े ED दे भी लिफाफे हैगे ने, उस तो पहले जब भाजपा ते अकाली दल की सरकार हुंदी सी, इदां दी गल्लां साडे सूत्र दसदे ने कि बहुत एक वड्डे जिहड़े अकाली लीडर फसदे नज़र आते सी, उन्हां नूं बचाउण दी भी कोशिश की गई। और उस तो बाद अज भी वो रिपोर्टां बंद लिफाफे के रूप में अदालत विच पईआं। हुण अदालत का 27 तरीक तो पहले जजां दा उस उन्हां रिपोर्टां नूं पढ़ना, उस तो बाद 27 तरीक नूं अदालत दे विच हो की सकदा है। पहली गल, उन्हां रिपोर्टां नूं जनतक किया जा सकता है। सरकार तो पूछा जा सकता है कि तुसी 2.5 साल तो इस मुद्दे ते कोई भी इन्वेस्टिगेशन नूं अगे क्यों नहीं तोरिया। जे सरकार ने जिहड़े कमेंट लिख के दिते ने उहदे विच अगर ते क्लीन चिट दिती है तो फिर वो क्लीन चिट का बेस की है, किस आधार ते उत्ते इन्वेस्टिगेशन हुई जद एक्यूज्ड अपनी स्टेटमेंट दे विच किसी खास लीडर का नाम लै रहे हैं, तो जिहड़ी क्लीन चिट दिती गई उहदा बेस की हैगा। यानी इन्वेस्टिगेशन अगे करन दे हुक्म भी हो सकते हैं, और क्यों इन्वेस्टिगेशन हजे तक नहीं हुई इसका कारण भी पूछा जा सकता है, तो इमीडिएट FIR दर्ज करने के हुक्म भी हो सकते हैं। लेकिन मैं किसी लीगल एक्सपर्ट नूं यह गल पूछी
कि सरकार ने ਜਿਹੜੇ ਕਮੈਂਟਸ ਦਿੱਤੇ ਨੇ ਉਹਦੇ ਵਿੱਚ ਕੀ ਹੋ ਸਕਦਾ ਹੈ। ਲੱਗਦਾ ਤੇ ਹੈ ਵੇ ਕਿ ਜੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗੇ ਕਿ ਮਿਲੀ ਭੁਗਤ ਦੀ ਰਾਜਨੀਤੀ ਉਹ ਕਰਦੇ ਨੇ, ਜੋ ਸਿੱਧੂ ਅਕਸਰ ਐਲੀਗੇਸ਼ਨ ਲਾਉਂਦੇ ਨੇ, ਉਹਦੇ ਹਿਸਾਬ ਨਾਲ ਤੇ ਉਸ ਬੰਦ ਲਿਫਾਫੇ ਦੇ ਵਿੱਚ ਸਰਕਾਰ ਨੇ ਹੋ ਸਕਦਾ ਹੈ ਕਿ ਕਲੀਨ ਚਿੱਟ ਦਿੱਤੀ, ਪਰ ਉਸ ਲੀਗਲ ਐਕਸਪਰਟ ਉਹਨਾਂ ਦਾ ਕਹਿਣਾ ਸੀਗਾ ਕਿ ਇਹਦੇ ਵਿੱਚ ਕਲੀਨ ਚਿੱਟ ਨਹੀਂ ਹੋਣੀ, ਕਿਉਂਕਿ ਜੇ ਕਿਤੇ ਉਹ ਕਲੀਨ ਚਿੱਟ ਦਿੱਤੀ ਹੁੰਦੀ ਤੇ ਅਦਾਲਤ ਉਸ ਬੰਦ ਲਿਫਾਫੇ ਨੂੰ ਖੋਲ ਕੇ ਉਸ ਕਲੀਨ ਚਿੱਟ ਦੇ ਬੇਸ ਤੇ ਉਸ ਦੀ ਕਲੋਜ਼ਰ ਰਿਪੋਰਟ ਵੀ ਬਣਾ ਸਕਦਾ ਸੀਗਾ, ਔਰ ਖਾਸ ਕਰਕੇ ਉਸ ਖਾਸ ਅਕਾਲੀ ਲੀਡਰ ਨੂੰ ਬਰੀ ਵੀ ਕੀਤਾ ਜਾ ਸਕਦਾ ਸੀ। ਅਗਰ ਬਰੀ ਨਹੀਂ ਕੀਤਾ ਗਿਆ ਔਰ ਹਜੇ ਤੱਕ ਉਹ ਬੰਦ ਲਿਫਾਫਾ ਬੰਦ ਹੀ ਹੈ, ਜੱਜਾਂ ਨੇ ਪੜ੍ਹ ਕੇ ਬੰਦ ਵੀ ਕਰਤਾ, ਤੇ ਇਟ ਮੀਨਸ ਉਹਦੇ ਵਿੱਚ ਵੀ ਕੁਝ ਨਾ ਕੁਝ ਇੱਦਾਂ ਦਾ ਹੈਗਾ ਜੋ ਅੱਗੇ ਚੱਲ ਕੇ ਉਸ ਅਕਾਲੀ ਲੀਡਰ ਵਾਸਤੇ ਮੁਸੀਬਤਾਂ ਖੜੀ ਕਰ ਸਕਦਾ ਹੈ, ਕਿਉਂਕਿ ਕੈਪਟਨ ਸਾਹਿਬ ਨੇ ਜਦ ਬੰਦ ਲਿਫਾਫਾ ਘੱਲਿਆ ਹੋਏਗਾ ਤੇ ਉਹਨਾਂ ਨੂੰ ਵੀ ਇਹ ਪਤਾ ਹੋਏਗਾ ਕਿ ਅੱਗੇ ਚੱਲ ਕੇ ਉਹਨਾਂ ਦੇ ਵਾਸਤੇ ਇਹ ਮੁਸੀਬਤ ਖੜੀ ਹੋ ਸਕਦੀ ਹੈ। ਔਰ ਜੇ ਮੇਰੇ ਬੰਦ ਲਿਫਾਫੇ ਖੁੱਲ ਗਏ ਔਰ ਖੁੱਲਣ ਦੇ ਵਿੱਚ ਕੁਝ ਇੱਦਾਂ ਦੀ ਗੱਲ ਨਿਕਲ ਗਈ ਤੇ ਇਹ ਪ੍ਰੋਬਲਮ ਕਦੀ ਵੀ ਖੜੀ ਹੋ ਸਕਦੀ ਹੈ। ਪਰ ਜੋ ਕੁਝ 27 ਤਰੀਕ ਨੂੰ ਹੋਏਗਾ ਉਹ ਖਾਸ ਕਰਕੇ ਇਸ ਡਰੱਗ ਰਿਲੇਟਡ ਕੇਸ ਦੇ ਵਾਸਤੇ ਬੜਾ ਇੰਪੋਰਟੈਂਟ ਹੋਏਗਾ। ਬਿਲਕੁਲ, ਪਰ ਜੀ ਭਾਸਕਰ ਸਾਹਿਬ, ਇੱਥੇ ਇੱਕ ਗੱਲ ਦਿਲਚਸਪ ਆ ਜਿਹੜੀ ਪੁੱਛਣੀ ਬਣਦੀ ਹੈ ਮੇਰੀ। ਮੈਂ ਸਵੇਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਮਨਪ੍ਰੀਤ ਨਾਲ ਜਦੋਂ ਗੱਲ ਕਰ ਰਿਹਾ ਸੀ ਤੇ ਮੇਰਾ ਸਵਾਲ ਉੱਥੇ ਹੀ ਖੜਾ ਅਜੇ ਵੀ, ਕਿ ਜੇ ਮੰਨ ਲਓ ਸਰਕਾਰ ਉਹਦੇ ਵਿੱਚ ਕੁਝ ਹਾਂ ਪੱਖੀ ਲਿਖ ਕੇ ਦੇ ਵੀ ਚੁੱਕੀ ਹੈ, ਜੇਕਰ ਉਹ ਇਹਦੇ ਵਿੱਚ ਕੁਝ ਅੱਗੇ ਨਾ ਵਧਣ ਵਾਲਾ ਕਹਿ ਚੁੱਕੀ ਹੈ ਕਿ ਇਹ ਮਸਲੇ ਨੂੰ ਅਸੀਂ ਦੇਖ ਲਿਆ, ਇਹਦੇ ਵਿੱਚ ਅੱਗੇ ਵਧਾਉਣ ਦਾ ਕੋਈ, ਕਿਉਂਕਿ ਗੱਲ ਤਾਂ ਹਰਪ੍ਰੀਤ ਸਿੰਘ ਸਿੱਧੂ ਨੇ ਇਹੀ ਸਟੇਟਸ ਰਿਪੋਰਟ 'ਚ ਕਹੀ ਆ ਕਿ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਆ, ਤੇ ਜੇ ਸਰਕਾਰ ਵੱਧ ਤੋਂ ਵੱਧ ਵੀ ਫੇਵਰ ਕਰਨਾ ਚਾਹਵੇ ਤਾਂ ਉਹ ਇਹੀ ਲਿਖ ਕੇ ਦੇ ਸਕਦੀ ਕਿ ਅੱਗੇ ਵਧਣ ਦੀ ਲੋੜ ਨਹੀਂ, ਅਸੀਂ ਦੇਖ ਲਿਆ ਜੋ ਵੀ ਹੈਗਾ। ਹੁਣ ਉਹ ਕਿਸ ਆਧਾਰ ਤੇ ਕਲੀਨ ਚਿੱਟ ਹੋਊਗੀ? ਕਿ 1 ਮਹੀਨੇ ਵਿੱਚ ਮੰਗੀ ਗਈ ਰਿਪੋਰਟ, ਜਦੋਂ ਹਰਪ੍ਰੀਤ ਸਿੰਘ ਸਿੱਧੂ ਸਟੇਟਸ ਰਿਪੋਰਟ ਸਬਮਿਟ ਕਰਦੇ ਆ ਤਾਂ ਕੋਰਟ ਨੇ ਕਿਹਾ ਸੀ ਕਿ 1 ਮਹੀਨੇ 'ਚ ਐਕਸ਼ਨ ਟੇਕਨ ਰਿਪੋਰਟ ਦਿਓ, ਤੁਹਾਨੂੰ ਯਾਦ ਹੋਣਾ 1 ਮਹੀਨੇ ਦੀ ਬਜਾਏ 3-3.5 ਮਹੀਨਿਆਂ ਬਾਅਦ ਗਵਰਨਮੈਂਟ ਦੀ ਐਕਸ਼ਨ ਟੇਕਨ ਰਿਪੋਰਟ ਸਬਮਿਟ ਹੁੰਦੀ ਹੈ, ਜਿਹਦੇ ਬਾਰੇ ਅਜੇ ਤੱਕ ਵੀ ਕੁਝ ਕਲੀਅਰ ਨਹੀਂ ਕਿ ਉਹਦੇ 'ਚ ਕੀ ਕਿਹਾ ਗਿਆ। ਔਰ ਉਹਦੇ ਵਿੱਚ ਜੇਕਰ ਮੰਨ ਲਓ ਗਵਰਨਮੈਂਟ ਕਿਧਰੇ ਕਲੀਨ ਚਿੱਟ ਵਰਗਾ ਵੀ ਕੁਝ ਦੇ ਚੁੱਕੀ ਹੈ ਤਾਂ ਉਹ ਕਿਸੇ ਇਨਵੈਸਟੀਗੇਸ਼ਨ ਦੇ ਆਧਾਰ ਤੇ ਹੀ ਕਹਿ ਸਕਦੀ ਹੈ ਨਾ, ਕਿਉਂਕਿ ਜਦੋਂ ਸਟੇਟਸ ਰਿਪੋਰਟ ਇਹ ਕਹਿੰਦੀ ਕਿ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਆ, ਫਿਰ ਐਕਸ਼ਨ ਟੇਕਨ ਰਿਪੋਰਟ ਮੰਗੀ ਜਾਂਦੀ, ਦਰਮਿਆਨ 'ਚ ਕੀ ਆ, ਕਿਸ ਪੱਧਰ ਤੇ ਇਨਵੈਸਟੀਗੇਟ ਕੀਤਾ ਗਿਆ, ਕਿੰਨਾ ਤੱਥਾਂ ਨੂੰ ਖੰਗਾਲ ਕੇ ਰਿਪੋਰਟ ਪੇਸ਼ ਕੀਤੀ ਗਈ। ਸੋ ਮੈਨੂੰ ਲੱਗਦਾ ਹੈ ਕਿ ਕੋਈ ਸਪਲੀਮੈਂਟਰੀ ਰਿਪੋਰਟ ਹੀ ਪੇਸ਼ ਹੋਈ ਹੋਊਗੀ। ਜੇਕਰ ਗਵਰਨਮੈਂਟ ਦੇ ਕਿਸੇ ਆਧਾਰ ਤੇ ਉੱਤੇ ਅੱਗੇ ਗੱਲ ਤੁਰਦੀ ਹੁੰਦੀ ਤਾਂ ਤੁਹਾਡੀ ਗੱਲ ਲੌਜੀਕਲ ਐਂਡ ਤੱਕ ਚਲੇ ਜਾਂਦੀ ਹੁੰਦੀ, ਉਹਦੇ 'ਚ ਬਰੀ ਹੋਣ ਦੀਆਂ ਗੱਲਾਂ ਜਾਂ ਉਹਨੂੰ ਖਤਮ ਕਰਨ ਦੀਆਂ ਗੱਲਾਂ ਹੋ ਜਾਂਦੀਆਂ। ਜੇ ਸੀਲ ਬੰਦੀ ਹੈ ਕੁਝ, ਇਹਦਾ ਮਤਲਬ ਇਹ ਦੋ ਪਹਿਲੂ ਮੈਨੂੰ ਦੱਸਿਓ ਕਿ ਜੇ ਗਵਰਨਮੈਂਟ ਕਲੀਨ ਚਿੱਟ ਦੇ ਚੁੱਕੀ ਹੈ ਤਾਂ ਕਿਸ ਆਧਾਰ ਤੇ ਦੇ ਚੁੱਕੀ ਹੋਊਗੀ, ਕਿਸ ਅਫਸਰ ਨੇ ਫਰਦਰ ਉਹਨੂੰ ਕਾਗਜ਼ਾਂ ਨੂੰ ਖੰਗਾਲਿਆ, ਇਨਵੈਸਟੀਗੇਟ ਆਪਣੇ ਤੌਰ ਤੇ ਕੀਤਾ ਕਿ ਤੱਥ ਕੋਈ ਨਹੀਂ, ਜਾਂ ਫਿਰ ਉਹ ਹਰਪ੍ਰੀਤ ਸਿੱਧੂ ਨੂੰ ਨਕਾਰ ਰਹੇ ਹੋਣਗੇ ਕਿ ਜੋ ਉਹਨਾਂ ਨੇ ਕਿਹਾ ਗਲਤ ਕਿਹਾ, ਉਹਦੇ ਖਿਲਾਫ ਦਿੱਤੀ ਹੋਊਗੀ, ਤੇ ਜਾਂ ਫਿਰ ਕੁਝ ਕਿਹਾ ਹੋਊਗਾ ਕਿ ਇਹ ਹਾਈ ਕੋਰਟ ਡਿਸਾਈਡ ਕਰਦੇ ਇਹਦੇ 'ਚ ਹਾਂ ਅੱਗੇ ਕੁਝ ਕਰਨ ਲਈ ਹੈਗਾ। ਇਹਨਾਂ ਤਿੰਨਾਂ ਮਸਲਿਆਂ ਨੂੰ ਦੇਖਿਓ। ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂ, ਜਿਹੜੀ ਅਨੁਰਾਗ ਅਗਰਵਾਲ ਉਹਨਾਂ ਨੇ ਚਿੱਠੀ ਲਿਖੀ ਸੀਗੀ ਹਰਪ੍ਰੀਤ ਸਿੱਧੂ ਉਹਨਾਂ ਨੂੰ ਕਿ ਤੁਸੀਂ 2.5 ਸਾਲ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ। ਅਸੀਂ ਸਵੇਰੇ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਜਦ ਡਿਸਕਸ ਕਰ ਰਹੇ ਸੀਗੇ, ਉਹਦੇ ਵਿੱਚ ਕਿਹਾ ਸੀਗਾ ਕਿ ਹਰਪ੍ਰੀਤ ਸਿੱਧੂ ਉਹਨਾਂ ਨੇ ਕੀ ਜਵਾਬ ਦਿੱਤਾ ਸਾਨੂੰ ਨਹੀਂ ਪਤਾ, ਪਰ ਅਗਲੇ ਦਿਨ ਹੀ ਹਰਪ੍ਰੀਤ ਸਿੱਧੂ ਉਹਨਾਂ ਨੇ ਉਸ ਗੱਲ ਦਾ ਚਿੱਠੀ ਦੇ ਰਾਹੀਂ ਜਵਾਬ ਦਿੱਤਾ ਸੀ, ਔਰ ਉਸ ਬਾਰੇ 'ਚ ਇੱਕ ਵੱਡੀ ਅਖਬਾਰ ਦੇ ਵਿੱਚ ਖਬਰ ਵੀ ਛਪੀ ਸੀ। ਉਸ ਖਬਰ ਦੇ ਵਿੱਚ ਇਨਵੈਸਟੀਗੇਸ਼ਨ ਨਾ ਕਰਨ ਦਾ ਕਾਰਨ ਦੱਸਿਆ ਗਿਆ ਸੀਗਾ ਕਿ ਇਨਵੈਸਟੀਗੇਸ਼ਨ ਉਹਨਾਂ ਨੇ ਆਪਣੇ ਤਰੀਕੇ ਨਾਲ, ਪੁਰਜ਼ੋਰ ਤਰੀਕੇ ਨਾਲ ਕੀਤੀ, ਕਿਸੇ ਨਾ ਕਿਸੇ ਜਗ੍ਹਾ ਸਰਕਾਰ ਜਾਂ ਹੋਮ ਮਿਨਿਸਟਰੀ ਨੂੰ ਰਿਸਪੌਂਸੀਬਲ ਵੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਗੱਲ ਆਉਂਦੀ ਹੈ ਕਿ ਵੀ ਅਗਰ ਉਸ ਰਿਪੋਰਟ ਦੇ ਵਿੱਚ ਇਹ ਗੱਲ ਹੋਈ ਕਿ ਕਲੀਨ ਚਿੱਟ ਦਿੱਤੀ ਗਈ ਹੈ, ਤੇ ਅਗਰ ਕਲੀਨ ਚਿੱਟ ਦਿੱਤੀ ਹੁੰਦੀ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਕੋਰਟ ਨੇ ਉਸੇ ਟਾਈਮ ਕੋਈ ਡਿਸੀਜਨ ਲੈ ਕੇ, ਕੋਈ ਗੱਲ ਕਰਕੇ ਉਹ ਮਜੀਠੀਆ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਣੀ ਚਾਹੀਦੀ ਸੀਗੀ। ਪਰ ਅਗਰ ਇਨਵੈਸਟੀਗੇਸ਼ਨ ਹੀ ਨਹੀਂ ਹੋਈ, ਜੋ ਕਿਸੇ ਵੀ ਜਗ੍ਹਾ ਨਜ਼ਰ ਨਹੀਂ ਆਉਂਦਾ ਕਿ ਇਨਵੈਸਟੀਗੇਸ਼ਨ ਹੋਈ ਹੈ। STF ਦੇ ਮੁਖੀ ਨੇ ਖੁਦ ਮੰਨਿਆ, ਜਿਹੜੇ ਹਰਪ੍ਰੀਤ ਸਿੱਧੂ ਉਹਨਾਂ ਦੇ ਸੀਗੇ, ਕਿ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਨਹੀਂ ਹੋਈ, ਉਹਦਾ ਕਾਰਨ ਸਰਕਾਰ ਹੈਗੀ ਹੈ, ਮੈਂ ਨਹੀਂ ਹੈਗਾ, ਕਿਉਂਕਿ ਮਹੀਨੇ ਬਾਅਦ ਹੀ ਉਹਨਾਂ ਦੀ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਟਰਾਂਸਫਰ ਹੋ ਗਈ ਸੀਗੀ ਬਿਨਾਂ ਕਿਸੇ ਕੰਮ ਤੋਂ। ਉਹਨਾਂ ਦਾ ਕੋਈ ਕੰਮ ਨਹੀਂ ਸੀ ਉੱਥੇ, ਲੇਕਿਨ ਫਿਰ ਵੀ ਟਰਾਂਸਫਰ ਉਹਨਾਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਬਿਠਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹ ਸਟੱਡੀ ਲੀਵ ਵਿੱਚ ਚਲੇ ਜਾਂਦੇ ਨੇ ਤੇ 2 ਸਾਲ ਇੱਦਾਂ ਹੀ ਬੀਤ ਜਾਂਦੇ ਨੇ, ਤੇ ਹੁਣ 9 ਜੁਲਾਈ ਨੂੰ ਉਹ ਵਾਪਸ ਡਿਊਟੀ ਜੁਆਇਨ ਕਰਦੇ ਨੇ। ਉਸ ਤੋਂ ਬਾਅਦ ਉਹ ਚਿੱਠੀ ਲਿਖੀ ਜਾਂਦੀ ਹੈ। ਹੁਣ ਗੱਲ ਹੈ ਵੇ ਕਿ ਆਹ ਜਿਹੜੀ 27 ਤਰੀਕ ਨੂੰ ਜਿਹੜੇ ਕਈ ਲਿਫਾਫੇ ਖੁੱਲ੍ਹਣ ਦੀ ਗੱਲ ਚੱਲ ਰਹੀ ਹੈ, ਉਹਦੇ ਵਿੱਚੋਂ 2 ਲਿਫਾਫੇ ਬੜੇ ਇੰਪੋਰਟੈਂਟ ਹੈਗੇ ਆ। ਇੱਕ ਲਿਫਾਫੇ ਦਾ ਜ਼ਿਕਰ ਤੇ ਅਸੀਂ ਕਹਿ ਚੁੱਕੇ ਹਾਂ ਕਿ ਸਰਕਾਰ ਨੇ ਜਿਹੜਾ STF ਦੀ ਰਿਪੋਰਟ ਦੇ ਉੱਤੇ ਆਪਣੇ ਕਮੈਂਟਸ ਦਿੱਤੇ ਹੋਣਗੇ, ਉਹਦੇ ਵਿੱਚ ਕੀ ਹੈ।
ਦੂਜਾ ਜਿਹੜਾ ਚਟੋਪਾਧਿਆ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਸੀਗੀ, ਉਹ ਵੀ ਇੱਕ ਵੱਡਾ ਮਸਲਾ ਹੈਗਾ ਹੈ ਕਿ ਉਹ ਵੀ ਹਾਈ ਕੋਰਟ ਦੇ ਵਿੱਚ ਸੀਲਬੰਦ ਰੂਪ ਵਿੱਚ ਪਈ ਹੋਈ ਹੈ। ਉਹਦੇ ਵਿੱਚ ਕਈ ਅਫਸਰਾਂ ਦੇ, ਕਈ ਪੁਲਿਸ ਵਾਲਿਆਂ ਦੇ ਨਾਂ ਵੀ ਹੈਗੇ ਨੇ। ਗੱਲ ਸਿੱਧੂ ਉਹਨਾਂ ਦੀ ਕਰੀਏ ਤੇ ਸਿੱਧੂ ਉਹਨਾਂ ਨੇ ਅੱਜ ਵੀ 2 ਟਵੀਟ ਛੱਡ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਈ ਕੋਰਟ ਨੇ ਅੱਜ ਇਹ ਗੱਲ ਕਹੀ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਕੋਈ ਸਟੇ ਆਰਡਰ ਨਹੀਂ ਦਿੱਤਾ, ਤੇ ਫਿਰ 2.5 ਸਾਲਾਂ ਦੇ ਵਿੱਚ ਇਸ ਮੁੱਦੇ ਤੇ ਕੋਈ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ, ਇਹ ਸਵਾਲ ਬੜਾ ਵੱਡਾ ਹੈ। ਦੂਜਾ, ਜਿਹੜੀ ਰਿਪੋਰਟ STF ਨੇ ਸਬਮਿਟ ਕੀਤੀ ਸੀਗੀ ਉਹ ਜਨਤਕ ਕਰੋ, ਔਰ ਜਨਤਕ ਕਰਨ ਤੋਂ ਬਾਅਦ ਇਸ ਗੱਲ ਨੂੰ ਵੀ ਸਾਬਿਤ ਕਰਨਾ ਪਏਗਾ, ਇਸ ਗੱਲ ਨੂੰ ਜਸਟੀਫਾਈ ਕਰਨਾ ਪਏਗਾ ਕਿ ਕਿਸ ਆਧਾਰ ਦੇ ਉੱਤੇ ਅਗਰ ਇਨਵੈਸਟੀਗੇਸ਼ਨ ਮਜੀਠੀਆ ਉਹਨਾਂ ਦੇ ਖਿਲਾਫ ਨਹੀਂ ਹੋਈ ਤੇ ਉਹਦਾ ਆਧਾਰ ਕੀ ਹੈ। ਯਾਨੀ ਬਹੁਤ ਸਾਰੇ ਸਵਾਲ ਇੱਦਾਂ ਦੇ ਖੜੇ ਹੋ ਗਏ ਨੇ ਜਿਹਦਾ ਜਵਾਬ ਉਹਨਾਂ ਨੂੰ, ਕੈਪਟਨ ਸਾਹਿਬ ਨੂੰ ਜਾਂ ਹੋਮ ਮਿਨਿਸਟਰ ਨੂੰ ਦੇਣਾ ਬਹੁਤ ਔਖਾ ਹੋਏਗਾ। ਔਰ ਨਾਲ ਦੇ ਨਾਲ ਸਿੱਧੂ ਅੱਜ ਦੇ ਟਵੀਟ ਦੇ ਵਿੱਚ ਵੀ ਇਹ ਗੱਲ ਕਹਿੰਦੇ ਨੇ, ਜੇ ਕਿਤੇ ਜਲਦੀ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਸਰਕਾਰ ਨੇ ਤੇ ਰੈਜ਼ੋਲੂਸ਼ਨ ਲੈ ਕੇ ਆਵਾਂਗੇ, ਔਰ ਉਹਦੇ ਵਿੱਚ 60-70 MLA ਖੜੇ ਹੋ ਕੇ ਜਦ ਮੁੱਖ ਮੰਤਰੀ ਤੋਂ ਪੁੱਛਣਗੇ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਕੀ ਕੀਤਾ, ਤੇ ਫਿਰ ਉਹ ਮੁੱਖ ਮੰਤਰੀ ਵਾਸਤੇ ਬੜੀ ਐਂਬੈਰਸਮੈਂਟ ਵਾਲੀ ਸਿਚੁਏਸ਼ਨ ਹੋ ਜਾਏਗੀ। ਕਿਉਂਕਿ ਜੋ ਸਵਾਲ ਵਿਰੋਧੀ ਧਿਰ ਨੇ ਪੁੱਛਣੇ ਸੀਗੇ ਉਹੀ ਅਗਰ ਆਪਣੇ 60 MLA 70 MLA ਪੁੱਛਣਾ ਸ਼ੁਰੂ ਕਰ ਦੇਣ ਤੇ ਮੁੱਖ ਮੰਤਰੀ ਦਾ ਉੱਥੇ ਕੀ ਫੇਸ ਸੇਵਿੰਗ ਹੋ ਸਕਦਾ ਹੈ, ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਹਜੇ ਜਿਹੜੇ ਸਲਾਹਕਾਰ ਨੇ ਉਹਨਾਂ ਵਾਸਤੇ ਵੀ ਬਹੁਤ ਔਖਾ ਹੋਏਗਾ ਕਿ ਇੱਦਾਂ ਦੇ ਹਾਲਾਤ ਦੇ ਵਿੱਚ ਉਹ ਮੁੱਖ ਮੰਤਰੀ ਨੂੰ ਕੀ ਸਲਾਹ ਦਿੰਦੇ ਨੇ। ਤੇ ਇਹ ਟਾਈਮ ਵਿੱਚ ਜ਼ਿਆਦਾ ਪ੍ਰੋਬਲਮ, ਕਿਉਂਕਿ ਸਿੱਧੂ ਆਪਣੀ ਗੱਲਾਂ ਦੇ ਵਿੱਚ 3 ਜ਼ਿਕਰ ਕਰਦੇ ਨੇ ਕਿ ਅਸੈਂਬਲੀ ਦੇ ਵਿੱਚ ਜੇ ਅਸੈਂਬਲੀ ਤੋਂ ਪਹਿਲੇ ਇਹ ਕੰਮ ਨਾ ਹੋਏ ਤੇ ਅਸੈਂਬਲੀ ਦੇ ਵਿੱਚ ਡਰੱਗ ਦੇ ਮੁੱਦੇ ਤੇ ਰੈਜ਼ੋਲੂਸ਼ਨ ਲੈ ਕੇ ਆਵਾਂਗੇ, ਖੇਤੀ 3 ਕਾਨੂੰਨਾਂ ਨੂੰ ਖਤਮ ਕਰਨ ਵਾਸਤੇ ਕਿ ਪੰਜਾਬ ਵਿੱਚ ਕਦੀ ਇੰਪਲੀਮੈਂਟ ਨਾ ਹੋਣ, ਇਹਦੇ ਉੱਤੇ ਵੀ ਆਪਾਂ ਇੱਕ ਐਕਟ ਲੈ ਕੇ ਆਵਾਂਗੇ, ਇੱਕ ਬਿੱਲ ਲੈ ਕੇ ਆਵਾਂਗੇ। ਤੀਜੀ ਗੱਲ ਉਹ ਕਰਦੇ ਨੇ ਪਾਵਰ ਪਰਚੇਜ਼ ਐਗਰੀਮੈਂਟ ਨੂੰ ਸਕ੍ਰੈਪ ਕਰਨ ਵਾਸਤੇ ਇੱਕ ਨਵਾਂ ਲੈਜਿਸਲੇਸ਼ਨ ਐਤਕੀ ਅਸੈਂਬਲੀ ਦੇ ਵਿੱਚ ਲੈ ਕੇ ਆਏਗਾ। ਮੈਨੂੰ ਇਹ ਲੱਗਦਾ ਹੈ ਕਿ ਏਜੰਡਾ ਤੇ ਸਿੱਧੂ ਉਹਨਾਂ ਨੇ ਇਸ ਅਸੈਂਬਲੀ ਦਾ ਪਹਿਲਾਂ ਹੀ ਸੈੱਟ ਕੀਤਾ ਹੋਇਆ, ਔਰ ਉਹਦੇ ਵਿੱਚ ਜਿਹੜੀ ਪੰਜਾਬ ਭਰ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਉਸ ਮੀਟਿੰਗ ਦੇ ਵਿੱਚ ਵੀ ਵੱਡੀ ਚਰਚਾ ਇਸ ਗੱਲ ਦੀ ਹੈ ਕਿ ਅਸੈਂਬਲੀ ਦੇ ਵਿੱਚ ਜਦ ਕਦੀ ਇੱਦਾਂ ਦਾ ਮਤਾ ਨਵਜੋਤ ਸਿੰਘ ਸਿੱਧੂ ਲੈ ਕੇ ਆਉਂਦੇ ਨੇ ਤਾਂ ਉਸ ਮਤੇ ਦੀ ਸਪੋਰਟ ਜ਼ਿਆਦਾ ਤੋਂ ਜ਼ਿਆਦਾ MLA ਕਰਨ। ਜੇ 40 50 60 MLA ਉਸ ਮਤੇ ਦਾ ਸਪੋਰਟ ਕਰਦੇ ਨੇ ਤੇ ਕੈਪਟਨ ਸਾਹਿਬ ਕੋਲ ਹੋਰ ਕੋਈ ਰਾਹ ਨਹੀਂ ਬਚਦੀ, ਜਾਂ ਤੇ ਉਹ ਇਸ ਮੁੱਦੇ ਦੇ ਉੱਤੇ ਬਲੈਕ ਐਂਡ ਵਾਈਟ ਦੇ ਵਿੱਚ ਆਨਸਰ ਦੇਣ, ਨਹੀਂ ਤੇ ਉਹ ਬਹਾਨੇਬਾਜ਼ੀ, ਉਹ ਨਾ ਜਵਾਬ ਦੇਣਾ, ਉੱਥੇ ਇਹ ਚੀਜ਼ ਪੋਸੀਬਲ ਕੈਪਟਨ ਸਾਹਿਬ ਵਾਸਤੇ ਵੀ ਨਹੀਂ ਹੋਈ। ਦਿਲਚਸਪ ਹੋਊਗਾ ਅਗਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇਖਣਾ, ਨੇੜਿਓਂ ਦੇਖਣਾ, ਇਹ ਵੀ ਦੇਖਣਾ ਕਿ ਜੇ ਕਾਂਗਰਸੀ MLA ਵੰਡੇ ਗਏ ਤਾਂ ਅਕਾਲੀਏ ਕਿੱਧਰ ਖਲੋਣਗੇ ਤੇ ਫਿਰ ਆਮ ਆਦਮੀ ਪਾਰਟੀ ਕਿੱਧਰ ਖਲੋਗੀ। ਬਹੁਤ ਫੈਸਲੇ ਹੋ ਜਾਣੇ ਐਤਕੀ ਬਹੁਤ ਫੈਸਲੇ ਹੋ ਜਾਣੇ, ਕਿਉਂਕਿ ਨਿੱਜੀ ਗਰਜ ਤੇ ਨਿੱਜੀ ਰੰਜਿਸ਼ਾਂ ਤੇ ਨਿੱਜੀ ਦੋਸਤੀਆਂ ਇਹ ਵੀ ਪਰਖੀਆਂ ਜਾਣੀਆਂ। ਖੈਰ ਬਹੁਤ ਮਿਹਰਬਾਨੀ, ਬਹੁਤ ਧੰਨਵਾਦ।